ਸਰਗੋਧੇ ਇੱਕ ਮੰਗਣ ਵਾਲੇ ਦੀ ਜੇਬ ਚੋਂ 5.5 ਲੱਖ ਨਿਕਲ ਆਇਆ। ਉਹਨੇ ਮਾਰੇ ਹਵਾਰੀਆਂ ਲਾ ਲਈਆਂ ਹੋਣੀਆਂ ਭਾਈ। ਮੰਗ ਕੇ ਇੰਨੀਆਂ ਦਿਹਾੜੀਆਂ ਲੱਗਦੀਆਂ ਤੇ ਅਸੀਂ ਕੈਮਰਾ ਛੱਡ ਕੇ ਮੰਗਣ ਨਾ ਲੱਗ ਪਈਏ। ਭਾਈ ਉਹਦੇ ਵਿੱਚ ਬਹੁਤੇ ਨੋਟ ਤੇ ਕੁਛ ਨਾ ਕੁਛ ਤੇ ਕਹੋ ਬਲੇਟੇ ਬਾਨਰ ਦੀ ਸ਼ਕਲ ਹੈ ਤੁਹਾਡੀ। ਯਾਰ ਸੋਚਣ ਵਾਲੀ ਗੱਲ ਹੈਗੀ। ਸੋਚੋ ਨਾ ਇਹਦੇ ਬਾਰੇ, ਦਿਨੇ ਵਿਹਲੇ ਹੀ ਹੁੰਦੇ ਹੋ। ਖੁਸ਼ਹਾਲੀ ਗੱਲ ਹੈ, ਜੋ ਜੀ ਮਹਿੰਗਾਈ ਚੱਲਦੀ ਵੀ 5.5 ਲੱਖ ਤੁਹਾਨੂੰ ਵੀ ਅਚਾਨਕ। ਦਿਲ ਕਰਦਾ ਨਾ ਅੱਛੇ ਕੱਪੜੇ ਲਾ ਕੇ ਮੰਗਣ ਨੂੰ। ਮੇਰੀ ਜੇਬ 'ਚ ਤਾਂ ਨਹੀਂ ਹੁੰਦੇ ਇਹਨੇ। ਨਹੀਂ ਤੁਹਾਡੀ ਜੇਬ ਵੀ ਜ਼ਰਾ ਛੋਟੀ ਨਾ, ਦੀ 2500 ਪਾਓ ਤੇ ਫੁੱਲ ਹੋ ਜਾਂਦੀ। ਨਹੀਂ ਫੁੱਲ ਹੋ ਜਾਂਦੀ ਹੈਗੀ ਹੈ। ਮੈਂ ਗਰਮਾ ਵੇਚ ਰਿਹਾ। ਤੇ ਕਦੀ 5.5 ਲੱਖ ਤੇ ਇਕੱਠਾ ਹੋਇਆ? ਜਦੋਂ ਇਕੱਠੀ ਹੋਈ ਤੁਹਾਨੂੰ ਸ਼ਾਮ ਨੂੰ ਬਰਫ਼ ਇਕੱਠੀ ਹੋਈ ਹੈ ਹੈਨਾ। ਤੇ ਨੇਫੇ ਕਿਸ ਨਾਲ ਕਿਉਂ ਕੱਢੇਗਾ? ਸਾਡਾ ਗਰੀਬਾਂ ਦਾ ਜਦੋਂ ਨਿਕਲਣਾ ਵੀਰੇ ਨਾਲਾ ਹੀ ਨਿਕਲਣਾ। ਸਾਡਾ ਉਹ ਆਪਣਾ ਤੇ ਨਾਲ। अस्सलाम वालेकुम, मैं नईम शौकी ਤਾਂ ਤੁਸੀਂ ਵੇਖ ਰਹੇ ਹੋ ਫਨਕਾਰੀਆਂ। ਨੇੜੇ ਹੋਵੋ ਜ਼ਰਾ। ਅੱਜ ਦੀ ਫਨਕਾਰੀ ਵੀਰੇ ਇਹ ਵਾ ਕਿ ਸਰਗੋਧੇ ਇੱਕ ਮੰਗਣ ਵਾਲੇ ਦੀ ਜੇਬ ਚੋਂ 5.5 ਲੱਖ ਰੁਪਈਆ ਨਿਕਲਿਆ। ਮੈਂ ਕਿੰਨਾ ਜਿੰਨੇ ਪੈਸੇ ਦੀ ਜੇਬ ਚੋਂ ਨਿਕਲੇ ਆ ਉਹਦੀ ਜੇਬ 'ਚ ਤੇ ਬੰਦਾ ATM ਕਾਰਡ ਮਾਰ ਸਕਦਾ। ਇੰਨੇ ਪੈਸੇ ਮੰਗਣ ਵਾਲੇ ਦੀ ਜੇਬ ਚੋਂ। ਇੱਥੇ 4 ਯਾਰ ਦੋਸਤ ਚਾਹ ਪੀ ਲੈਣ ਨਾ, ਵੀਰੇ ਤੂੰ ਪੈਸੇ ਦੇ, ਮੇਰੀ ਜੇਬ 'ਚ ਤੇ ਟਕਾ ਵੀ ਨਹੀਂ ਹੈਗਾ। ਅੱਜ ਕੱਲ੍ਹ ਤਾਂ ਇੰਨੀ ਮਹਿੰਗਾਈ ਹੈ ਕਿ ਬੀਵੀਆਂ ਖਾਮਦਾਂ ਨੂੰ ਆਂਦੀਆਂ ਤੇਰੀ ਜੇਬ 'ਚੋਂ ਨਾ ਕਦੀ ਕੁਝ ਨਿਕਲਿਆ। ਹੋਰ ਤਾਂ ਹੋਰ ਉਹਦੀ ਜੇਬ 'ਚ ਇੱਕ ਪਾਸਪੋਰਟ ਨਿਕਲਿਆ ਜਿਹੜਾ ਇਹ ਦੱਸਦਾ ਕਿ ਕਈ ਵਾਰੀ ਉਹ ਸਾਊਦੀ ਅਰਬ ਗਿਆ ਵੀ ਆ ਤੇ ਆਇਆ ਵੀ ਆ। ਅੱਜ ਅਸੀਂ ਯਾਰਾਂ ਬੇਲੀਆਂ ਨੂੰ ਪੁੱਛਾਂਗੇ ਕਿ ਮੰਗਣ ਵਾਲੇ ਦੀ ਜੇਬ 'ਚੋਂ ਇੰਨੇ ਪੈਸੇ ਕਿੱਦਾਂ ਤੇ ਕਿਵੇਂ ਨਿਕਲ ਆਏ। ਮੇਰੇ ਨਾਲ ਰਹਿਣਾ। अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਆ ਵੀਰੇ? ਅੱਲਾਹ ਭਲਾ ਕਰਮ ਭਾਈ। ਭਾਜੀ ਸਰਗੋਧੇ ਇੱਕ ਮੰਗਣ ਵਾਲੇ ਦੀ ਜੇਬ 'ਚੋਂ 5.5 ਲੱਖ ਨਿਕਲ ਆਇਆ। ਇਹ ਤੇ ਉਹਨੂੰ ਪਤਾ ਹੈ ਜੀ, ਜੇਬ ਕੱਟੀ ਕੀ ਕੀਤਾ ਉਹਨੇ, ਉਹਨੂੰ ਆਸਮਦਾਰ ਸੀ। ਨਹੀਂ ਜੇਬ ਕੱਟੀ ਵੀ ਹੋਵੇ ਤੇ 5.5 ਲੱਖ ਤਾਂ ਵੀਰੇ ਨਹੀਂ ਨਿਕਲਦਾ। ਮਾੜੇ ਬੰਦੇ ਕੋਈ ਰੁਪਈਆ ਨਹੀਂ ਨਿਕਲਦਾ ਤੇ 5.5 ਲੱਖ ਲੈ ਸਕਦਾ। ਉੱਤੋਂ ਮੰਗਣ ਵਾਲਾ ਉੱਤੋਂ ਦੀ ਜੇਬ 'ਚ ਇੱਕ ਪਾਸਪੋਰਟ ਨਿਕਲਿਆ ਜਿੱਤੇ ਪਤਾ ਲੱਗਾ ਉਹ ਸਾਊਦੀਆ ਗਿਆ ਵੀ ਆ ਤੇ ਆਇਆ ਵੀ ਆ। ਤੇ ਫਿਰ ਬੜੀ ਹਿੰਮਤ ਦੀ ਗੱਲ ਜੀ, ਇਹ ਹੋ ਕੇ ਵੀ ਆਇਆ। ਤੁਹਾਡਾ ਦਿਲ ਕਰਦਾ ਹਲਕਾ ਹਲਕਾ ਮੰਗਣ ਨੂੰ? ਸਾਡਾ ਦਿਲ ਤੇ ਨਹੀਂ ਕਰਦਾ, ਹੁਣ ਤੁਹਾਡਾ ਦਿਲ ਕਰਦਾ ਮੰਗਾ ਮੰਗਾ ਦੇਣ ਤਿਆਰ ਹਾਂ। ਯਾਨੀ ਤੁਹਾਡਾ ਦਿਲ ਕਰਦਾ ਮੈਂ ਮੈਕ ਛੱਡ ਕੇ ਕਾਸਾ ਫੜ ਲਾਂ? ਮੇਰਾ ਦਿਲ ਤੇ ਨਹੀਂ ਕਰਦਾ ਮੈਂ ਫੜ ਕੇ ਕਾਸਾ ਫੜ ਲਾਂ। ਮੈਂ ਲੈ ਤੇ ਜਿਹੜੀ ਮਿਹਨਤ ਕਰੇ ਮੈਂ ਉਹੀ ਕਰਨੀ ਹੈ। ਇਹ ਪਾਪੜ ਕਿੰਨੇ ਦਾ ਵੇਚ ਰਹੇ ਹੋ? 20 ਰੁਪਏ ਜਨਾਬ। ਦਿਹਾੜੀ ਕਿੰਨੇ ਦੀ ਲਾਉਂਦੇ ਹੋ? ਲੱਗ ਜਾਂਦੀ 700-800 ਰੁਪਏ ਦੀ ਖੈਰ ਨਾਲ। ਅੱਲਾਹ ਭਲਾ ਕਰੇ। ਮੈਂ ਸਾਰੇ ਦਿਨ 'ਚ? ਸਾਰੇ ਦਿਨ ਉਹ ਵੇਖੋ ਉਹ ਮੰਗਣ ਵਾਲੇ ਦੀ ਜੇਬ 'ਚ 5.5 ਲੱਖ ਕਿਵੇਂ ਨਿਕਲ ਆਇਆ? ਹੁਣ ਤੁਹਾਨੂੰ ਪਤਾ ਹੈ, ਤੁਸੀਂ ਖੁਦ ਪਾਏ ਹੁੰਦੇ ਤਦ ਨਿਕਲ ਆਏ ਹੁੰਦੇ। ਨਹੀਂ ਵੀਰੇ ਮੈਨੂੰ ਤੇ ਪਤਾ ਲੱਗਾ ਨਾ ਕਿ ਮੰਗਣ ਵਾਲੇ ਦੀ ਜੇਬ 'ਚ 5.5 ਲੱਖ। ਮੰਗਣਾ ਇੰਨੇ ਪੈਸੇ ਰੱਖ ਨਹੀਂ ਸਕਦਾ ਜਿੰਨੇ ਤੁਸੀਂ ਕਹਿ ਰਹੇ ਹੋ। ਨਾਲੇ ਬਾਹਰੋਂ ਹੋ ਗਿਆ ਹੈ ਤੇ ਫਿਰ ਉਹ ਅੱਲਾਹ ਦਾ ਹੁਕਮ ਹੀ ਹੋਣਾ। ਇਹ ਬੰਦੇ ਕੋ ਵਿਚਾਰੇ ਕੇ ਮਾੜੇ ਬੰਦਾ ਨਹੀਂ ਹੋਣਾ, ਉਹਨੇ ਆਪਣਾ ਆਪ ਭੁੱਲ ਜਾਈ ਕਿਦਾਂ ਹੋਣਾ ਕਿ ਮੈਂ ਮੰਗਣਾ ਬਣਾ। ਥੈਂਕ ਯੂ। अस्सलाम वालेकुम। ਕੀ ਹਾਲ ਆ ਵੀਰੇ? ਵੀਰੇ ਸਰਗੋਧੇ ਨਾਲ ਇੱਕ ਮੰਗਣ ਵਾਲੇ ਦੀ ਜੇਬ 'ਚ 5.5 ਲੱਖ ਰੁਪਈਆ ਨਿਕਲ ਆਇਆ। ਉਹਦੇ ਆਪਣੇ ਹੋਣੇ ਆ। 5.5 ਲੱਖ ਰੁਪਇਆ ਮੰਗਣ ਵਾਲੇ ਦੀ ਜੇਬ 'ਚ, ਉਹਦੇ ਆਪਣੇ ਭਾਈ ਕਿੱਥੋਂ ਆ ਗਏ? ਸਾਡੇ ਨਾਲੋਂ ਜਾਂ ਮੰਗਣ ਵਾਲੇ ਨਾਲੋਂ? ਉਹਨੇ ਮਾਰੇ ਹਵਾਰੀਆਂ ਲਾ ਲਈਆਂ ਹੋਣੀਆਂ ਭਾਈ। ਮੰਗ ਕੇ ਇੰਨੀਆਂ ਦਿਹਾੜੀਆਂ ਲੱਗਦੀਆਂ ਤੇ ਅਸੀਂ ਕੈਮਰਾ ਛੱਡ ਕੇ ਮੰਗਣ ਨਾ ਲੱਗ ਪਈਏ। ਭਾਈ ਉਹਦੇ ਵਿੱਚ ਬਹੁਤੇ ਨੋਟ ਹੈ ਉਹਨੇ ਵਾਲੇ ਬਹੁਤੇ ਨੋਟ ਜੇ। ਮੰਗਣ 'ਚ ਬਹੁਤੇ ਨੋਟ ਨੇ। ਹਾਂਜੀ। ਆ ਇਨਵੈਸਟਮੈਂਟ ਹੀ ਕੋਈ ਨਹੀਂ। ਨਾ ਨੂੰ ਆਮ ਕਰਨਾ ਪੈਂਦਾ ਵੇ। ਹੀਰੇ ਇਥੋਂ ਮਰੀ ਹਾਲ ਹੈ, ਇਥੋਂ ਮਾਨਪੁਰ ਮੀਰ। ਗੱਡੀ ਮਾਰ ਕੇ। ਵਾਲੇਕੁਮ ਸਲਾਮ। ਯਾਰ ਇੱਕ ਮੰਗਣ ਵਾਲੇ ਦੀ ਜੇਬ 'ਚ ਸਰਗੋਧੇ 5.5 ਲੱਖ ਰੁਪਈਆ ਨਿਕਲ। ਮੇਰਾ ਕਿਹੜਾ ਰਿਸ਼ਤੇਦਾਰ ਹੈ ਭਾਈ, ਮੈਨੂੰ ਪੁੱਛ ਰਿਹਾ ਜੀ। ਨਹੀਂ ਤਾਂ ਥੋੜੀ ਬਹੁਤੀ ਗੱਲ ਤਾਂ ਹੋਣੀ ਚਾਹੀਦੀ। ਡਿਕੇਟੀ ਟੁਕੂਟੀ ਮਾਰੀ ਹੋਣੀ ਉਹਨੇ, ਜੇਬ ਜੂਬ ਕੱਟੀ ਹੋਣੀ ਕਿਸੇ ਦੀ। ਗੇਟੀ ਮਾਰ ਕੇ ਬੰਦਾ ਇੰਨੇ ਪੈਸੇ ਬੈਂਕ 'ਚ ਰੱਖਦਾ ਵੀਰੇ ਜਾਂ ਜੇਬ 'ਚ ਰੱਖਦਾ? ਹੈ ਜੋ ਜਦੋਂ ਮੰਗਣ ਵਾਲਾ, ਕਿਸੇ ਨੂੰ ਕੀ ਪਤਾ ਵੀ ਇਹ ਮੰਗਣ ਵਾਲਾ ਕੌਣ ਹੈ, ਇਹਦੇ ਕੋਲ ਕਿੰਨੇ ਪੈਸੇ ਨੇ। ਕਹਿ ਰਹੇ ਹੋ? ਨਹੀਂ ਮੈਂ ਤਾਂ ਕੁਛ ਨਹੀਂ ਕਹਿ ਰਿਹਾ ਭਾਈ ਜੀ। ਕੁਛ ਨਾ ਕੁਛ ਤੇ ਕਹੋ ਬਲੇਟੇ ਬਾਨਰ ਦੀ ਸ਼ਕਲ ਹੈ ਤੁਹਾਡੀ। ਯਾਰ ਅਸੀਂ ਨਾ ਕਹੋ ਯਾਰ, ਅੰਦਰ ਦੋਸਤ ਸੀ ਸਾਡੇ ਵੱਡੇ। ਠੀਕ ਆ, ਸ਼ੁਕਰ ਅੱਛਾ ਅਲਹਮਦੁਲਿਲਾ। ਵੀਰੇ ਸਰਗੋਧੇ ਨਾਲ ਇੱਕ ਮੰਗਣ ਵਾਲੇ ਦੀ ਜੇਬ 'ਚ 5.5 ਲੱਖ ਰੁਪਈਆ ਨਿਕਲ ਆਇਆ ਨਾਲ ਪਾਸਪੋਰਟ ਵੀ। ਪੈਸੇ ਇੱਥੋਂ ਦੇ ਹੈਗੇ ਜਾਂ ਬਾਹਰ ਦੇ ਹੈਗੇ? ਅੱਛਾ ਸਵਾਲ ਹੈਗਾ। ਨਹੀਂ ਇੱਥੋਂ ਦੇ ਪੈਸੇ 5.5 ਲੱਖ ਵੀਰੇ। ਇਹ ਪਾਸਪੋਰਟ ਹੈਗਾ ਉਹਦੇ ਕੋਲ? ਪਾਸਪੋਰਟ ਉਹਦੇ ਕੋਲ ਸਾਊਦੀਆ ਕਈ ਵਾਰੀ ਗਿਆ ਤਾਂ ਕਈ ਵਾਰੀ ਆਇਆ। ਫਿਰ ਉਦੋਂ ਹੀ ਆਂਦੇ ਉਹਨਾਂ ਨੇ ਕਮਾ ਕੇ। ਯਾਰ ਉੱਥੋਂ ਬਾਜ਼ ਦੇ ਹੱਥ ਆਉਂਦੇ ਨੇ ਉਹਨੂੰ। ਯਾਰ ਉਹਦੇ ਇੱਕ ਕੋਲ ਬੰਦਾ ਮੰਗ ਰਿਹਾ ਤੇ ਫੁੱਟਪਾਥ ਤੇ ਸੁੱਤਾ ਤੇ ਉਹਦੀ ਜੇਬ 'ਚ 5.5 ਲੱਖ ਨਿਕਲ ਆਇਆ। ਯਾਰ ਸੋਚਣ ਵਾਲੀ ਗੱਲ ਹੈਗੀ। ਸੋਚੋ ਨਾ ਇਹਦੇ ਬਾਰੇ, ਦਿਨੇ ਵਿਹਲੇ ਹੀ ਹੁੰਦੇ ਹੋ। ਨਹੀਂ ਅਸੀਂ ਕੰਮ ਕਰਦੇ ਆ। ਕੰਮ ਕਦੋਂ ਕਰਦੇ ਵੀਰੇ? ਬੰਨ ਤੋੜਦਾ। ਬੰਨ ਤੋੜਦਾ? ਮਕਾਨ ਤੋੜਨੇ ਵਾਲੋ। ਮਕਾਨ ਤੋੜਦੇ ਹੋ? ਜੀ ਹਾਂ ਜੀ। ਸ਼ਕਲ ਤੁਹਾਡੀ ਦਿਲ ਤੋੜਨ ਵਾਲੀ ਹੈ। ਨਹੀਂ ਤੇਰਾ ਤਾਂ ਨਹੀਂ ਤੋੜਿਆ। ਤੇ ਕਿੰਨੀ ਦਿਹਾੜੀ ਲਾਉਂਦੇ ਵੀਰੇ? ਦਿਹਾੜੀ 1500 2000 ਲੱਗ ਜਾਂਦੀ। 2500 1500 2000 ਤੇ ਉਹ ਮੰਗਣ ਵਾਲੇ ਦੀ ਜੇਬ 'ਚ 5.5 ਲੱਖ ਨਿਕਲ ਆਇਆ। ਇਹ ਤਾਂ ਸੋਚਣ ਵਾਲੀ ਗੱਲ ਹੈਗੀ ਯਾਰ। ਹੈ ਸੋਚਣ ਵਾਲੀ ਗੱਲ ਹੈਗੀ। ਦਿਲ ਕਰਦਾ ਕਿ ਤੁਹਾਡੀ ਵੀ ਖਾਬ 'ਚੋਂ ਇੱਕ ਵਾਰੀ ਜੇਬ ਜ਼ਰੂਰ ਆਵੇ। ਜੀ ਜੇਬ ਖਾਬ 'ਚ ਜ਼ਰੂਰ ਆਵੇ ਇੱਕ ਵਾਰੀ ਜੇਬ ਜਿਹ 'ਚ 5.5 ਲੱਖ ਆ। नहीं अल्लाह शुक्र अल्हम्दुलिल्लाह बड़े 5 लाख रुपए लेकिन अल्हम्दुलिल्लाह मेहनत मजदूरी करने वो 1.25 लाख का गए। ਥੈਂਕ ਯੂ ਸਰ, ਥੈਂਕ ਯੂ। अस्सलाम वालेकुम। ਭਾਈ ਸਰਗੋਧੇ ਨਾਲ ਇੱਕ ਮੰਗਣ ਵਾਲੇ ਦੀ ਜੇਬ 'ਚੋਂ 5.5 ਲੱਖ ਰੁਪਈਆ ਨਿਕਲਿਆ। ਸਰ 5.5 ਲੱਖ ਅਚਾਨਕ? ਹਾਂਜੀ
ਮੈਨੂੰ ਇਸ ਚੀਜ਼ ਤੇ ਯਕੀਨ ਨਹੀਂ ਹੈ। ਅਚਾਨਕ 5.5 ਲੱਖ ਰੁਪਏ ਜੇਬ ਵਿੱਚੋਂ ਨਿਕਲਿਆ। ਮੈਨੂੰ ਵੀ ਯਕੀਨ ਨਹੀਂ ਹੋ ਰਿਹਾ, ਮੈਂ ਤਾਂ ਹੀ ਤੁਹਾਨੂੰ ਪੁੱਛ ਰਿਹਾ ਕਿ ਕਿੱਦਾਂ ਨਿਕਲ ਆਇਆ। ਇੱਕ ਮੰਗ ਰਿਹਾ ਬੰਦਾ ਤੇ 5.5 ਲੱਖ ਉਹਦੀ ਜੇਬ 'ਚ। ਯਕੀਨ ਤੇ ਨਹੀਂ ਹੁੰਦਾ, ਅੱਜ ਸਾਡੇ ਨਾਲ ਹੋਵੇ ਤੇ ਅੱਲਾ ਦੀ ਕਿਸੇ ਬੜੀ ਖੁਸ਼ਹਾਲੀ ਗੱਲ ਹੈ। ਜੋ ਜੀ ਮਹਿੰਗਾਈ ਚੱਲਦੀ ਵੀ 5.5 ਲੱਖ ਤੁਹਾਨੂੰ ਵੀ ਅਚਾਨਕ। ਦਿਲ ਕਰਦਾ ਨਾ ਅੱਛੇ ਕੱਪੜੇ ਲਾ ਕੇ ਮੰਗਣ ਨੂੰ। ਨਹੀਂ ਕੱਪੜੇ ਮੰਗਣ ਦੀ ਤੇ ਅੱਲਾ ਮਾਫ ਕਰੇ, ਆਦਤ ਨਾ ਪਾਵੇ। ਗੁਰਬਤ ਜ਼ਰੂਰ ਹੈ, ਅੱਲਾ ਮੰਗਣ ਦੀ ਆਦਤ ਨਾ ਪਾਵੇ। ਇਹ ਜੀ ਅਚਾਨਕ ਸ਼ੁਰੂ ਹੋ ਗਏ ਨੇ ਭਾਈਜਾਨ, ਸਹੀ ਕਹਿ ਰਹੇ ਨੇ, ਇੱਥੇ ਹੋ ਨਹੀਂ ਰਿਹਾ ਦਰਬਾਰ। ਅਚਾਨਕ ਕੋਈ ਇਹੋ ਜਿਹਾ ਕੰਮ ਹੋਵੇ ਤੇ ਅੰਨੇ ਨੂੰ ਕੀ ਚਾਹੀਦਾ? ਦੋ ਖਾਂ ਨਹੀਂ, ਅਚਾਨਕ। ਤੁਸੀਂ ਇਹ ਵੇਖੋ ਕਿ ਜਿਹੜਾ ਬੰਦਾ ਮੰਗ ਰਿਹਾ ਉਹਦੀ ਜੇਬ 'ਚ 5.5 ਲੱਖ ਨਿਕਲ ਆਇਆ, ਪਾਸਪੋਰਟ ਨਿਕਲ ਆਇਆ ਜੀ। ਬੜੀ ਗੱਲ ਹੈ ਯਾਰ, ਉਹ ਮੰਗਣ ਵਾਲੇ ਕੋਲ 5.5 ਲੱਖ ਰੁਪਇਆ ਨਿਕਲਿਆ ਅਚਾਨਕ। ਤੇ ਜ਼ਾਹਰੀ ਗੱਲ ਹੈ, ਬੇਰੁਪਈਆ ਬਣੇ ਹੁੰਦੇ ਨੇ। ਫਿਰ ਰੁਪਏ ਹੁੰਦੇ ਨੇ। ਹਾਂਜੀ, ਹਾਥੀ ਦੇ ਦੰਦ ਵਹਾਣਾ ਸੇ ਕੁਛ ਤੇ ਕੱਟਣਾ ਸੇ ਕੁਛ ਹੋਰ। ਥੈਂਕ ਯੂ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਭਾਈ ਸਰਗੋਦੇ, ਇੱਕ ਮੰਗਣ ਵਾਲੇ ਦੀ ਜੇਬ 'ਚੋਂ ਨਾ 5.5 ਲੱਖ ਰੁਪਈਆ ਨਿਕਲ ਆਇਆ 5.5 ਲੱਖ ਰੁਪਏ ਜੀ। ਚੋਰੀ ਟਿਕੇਟੀ ਕਰਕੇ ਆਏਗਾ ਸਰ ਜੀ। ਨਹੀਂ ਭਾਈ, ਚੋਰੀ ਮੈਂ ਟਿਕੇਟੀ ਰਿਕਸ਼ਾ ਡਰਾਈਵਰ ਹੈਗਾ, ਠੀਕ ਹੈ ਨਾ, ਮੇਰੀ ਜੇਬ 'ਚ ਤਾਂ ਨਹੀਂ ਹੁੰਦੇ ਇਹਨੇ। ਨਹੀਂ, ਤੁਹਾਡੀ ਜੇਬ ਵੀ ਜ਼ਰਾ ਛੋਟੀ ਨਾ, ਦੀ 2500 ਪਾਓ ਤੇ ਫੁੱਲ ਹੋ ਜਾਂਦੀ। ਨਹੀਂ ਫੁੱਲ ਹੋ ਜਾਂਦੀ ਹੈਗੀ ਹੈ, ਤੇ 5 ਲੱਖ ਰੁਪਇਆ ਉਹ ਵੀ ਦਰਬਾਰ 'ਚ ਮੰਗਣ ਵਾਲੀ ਜੇਬ ਦੇ ਵਿੱਚੋਂ। ਮੰਗਣ ਵਾਲੀ ਜੇਬ 'ਚ 5.5। ਹਾਲੇ ਦੇਣ ਵਾਲੀ 'ਚ ਹੋਵੇ ਤਾਂ ਫਿਰ ਸਮਝ 'ਚ ਆਉਂਦੀ ਗੱਲ। ਹਾਂਜੀ, ਤੇ ਉਹਨੂੰ ਪੁੱਛਣਾ ਸੀ, ਦੱਸਣਾ ਸੀ, ਕੋਈ ਤਫਤੀਸ਼ ਕਰਨੀ ਸੀ ਉਹਨਾਂ ਦੀ। ਤੁਹਾਡਾ ਕੀ ਦੇਣ ਕਹਿੰਦਾ ਸੀ? ਪਾਣੇ ਇਹੋ ਹੀ ਚੋਰੀ ਜਿਹੜੀ ਕਰਕੇ ਆਏਗਾ। ਨਹੀਂ ਤੇ ਸਾਨੂੰ ਇੰਨੀ ਦੇਰ ਹੋ ਗਈ, 4 ਸਾਲ 5 ਸਾਲ ਹੋ ਗਏ ਰਿਕਸ਼ਾ ਚਲਾਉਂਦੇ, ਅਸੀਂ ਲੱਖ ਰੁਪਇਆ ਨਹੀਂ ਜੋੜਿਆ ਇਹਦੇ ਘਰ। ਉੱਥੋਂ 5.5 ਨਿਕਲ ਆਇਆ। ਹਾਂਜੀ ਉੱਥੋਂ ਨਹੀਂ। ਦਿਲ ਕਰ ਰਿਹਾ ਨਾ ਕਿ ਰਕਸ਼ਾ ਤੋੜ ਕੇ ਕਾਸਾ ਬਣਾ ਲਓ, ਜਿੰਨੇ ਪੈਸੇ ਨੇ ਉਸ ਕੰਮ 'ਚ, ਹਾਂਜੀ ਹੈ ਨਾ? ਹਾਂਜੀ। ਥੈਂਕ ਯੂ। ਅਸਲਾਮ ਵਾਲੇਕੁਮ ਜੀ। ਵਾਲੇਕੁਮ अस्सलाम ਕੀ ਹਾਲ ਸਰ? ਤਬੀਅਤ ਠੀਕ जी ਹੈ? अलहमदिल्ला सुना। ਭਾਜੀ ਸਰਗੋਦੇ ਨਾਲ ਇੱਕ ਮੰਗਣ ਵਾਲੇ ਦੀ ਜੇਬ 'ਚੋਂ 5.5 ਲੱਖ ਰੁਪਈਆ ਨਿਕਲ ਆਇਆ। अच्छा जी, ਮੰਗਣ ਵਾਲੇ ਦੀ ਜੇਬ 'ਚੋਂ अच्छा ਕੀ ਕਹਿੰਦੇ ਉਹਦੇ ਬਾਰੇ? ਉਹਦੇ ਬਾਰੇ ਕੀ ਕਹਿ ਸਕਦੇ ਹਾਂ ਜਦੋਂ ਇੱਕ ਦੇਖੀ ਨਹੀਂ ਚੀਜ਼, ਅਸੀਂ ਤਾਂ ਉਹਨੂੰ ਕੁਝ ਕਹਿ ਨਹੀਂ ਅਸੀਂ ਸਕਦੇ। ਤੁਹਾਨੂੰ ਸਿਆਣੇ ਮੂੰਹ ਨਾਲ ਆਣ ਕੇ ਦੱਸ ਰਹੇ ਹਾਂ ਭਾਜੀ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਅਗਰ ਉਹਦੇ ਚ ਨਿਕਲਿਆ ਤੇ ਫਿਰ ਉਹਦੀ ਤਹਿਕੀਕ ਹੋਵੇ, ਉਹ ਗੱਲਬਾਤ ਹੋਵੇ। ਕਿਉਂ ਤਹਿਕੀਕ ਹੋ ਰਹੀ ਹੈ ਨਿਕਲਿਆ? ਉਹਦੀ। ਉਹ ਬਸ ਠੀਕ ਹੈ ਫਿਰ। ਔਰ ਪਾਸਪੋਰਟ ਵੀ ਉਹਦੀ ਜੇਬ 'ਚੋਂ ਨਿਕਲਿਆ, ਜਿੱਤੇ ਕਈ ਵਾਰੀ ਸਾਊਦੀਆ ਗਿਆ ਵੀ ਆ ਤੇ ਆਇਆ ਵੀ ਆ। ਬਸ ਠੀਕ ਹੈ, ਉਹ ਜਦੋਂ ਉਹਦੀ ਤਹਿਕੀਕ ਹੋ ਰਹੀ ਹੈ ਫਿਰ ਕੋਈ ਨਾ ਕੋਈ ਗੱਲ ਜਿਹੜੀ ਸੱਚਾਈ ਜਿਹੜੀ ਉਹ ਸਾਹਮਣੇ ਆ ਜਾਏਗੀ। ਯਾਰ ਸਰਗੋਦੇ ਨਾ ਇੱਕ ਮੰਗਣ ਵਾਲੇ ਦੀ ਜੇਬ 'ਚੋਂ 5.5 ਲੱਖ ਰੁਪਈਆ ਨਿਕਲ ਆਇਆ। ਮੰਗਣ ਵਾਲੇ ਦੀ ਜੇਬ 'ਚੋਂ ਕੀ ਕਹਿੰਦੇ ਆ? ਉਹਨੇ ਇਕੱਠੇ ਕੀਤੇ, ਅੱਲਾ ਦੇ ਨਾਮ ਦੇ ਇਕੱਠੇ ਕੀਤੇ ਇਹਨਾਂ ਨੇ। ਨਹੀਂ, ਇਕੱਠੇ ਤੇ ਭਾਈ ਕੀਤੇ, ਇਕੱਠੇ 5.5 ਲੱਖ ਤੇ ਨਹੀਂ ਨਾ ਹੁੰਦਾ ਵੀਰੇ। ਇਹ ਤਾਂ ਗੱਲ ਕੀ ਸਹੀ। ਕੰਮ ਕਰਦੇ ਹੋ? ਮੈਂ ਗਰਮਾ ਵੇਚ ਰਿਹਾ। ਤੇ ਕਦੀ 5.5 ਲੱਖ ਤੇ ਇਕੱਠਾ ਹੋਇਆ? ਜਦੋਂ ਇਕੱਠੀ ਹੋਈ ਤੁਹਾਨੂੰ ਸ਼ਾਮ ਨੂੰ ਬਰਫ਼ ਇਕੱਠੀ ਹੋਈ ਹੈ, ਆਈ ਗੱਲ ਹੈ। ਹੈਨਾ? ਤੇ ਉਹਦੇ ਮੰਗਣ ਵਾਲੇ ਦੀ ਜੇਬ 'ਚੋਂ 5.5 ਲੱਖ ਨਿਕਲ ਆਇਆ ਵੀਰੇ। ਹੱਸ ਰਹੇ ਹੋ, ਤੁਹਾਡਾ ਵੀ ਹਲਕਾ ਹਲਕਾ ਦਿਲ ਕਰਦਾ ਨਾ ਤੁਸੀਂ ਵੀ ਮੰਗਣ ਵਾਲੇ ਦੇ ਨਾਲ ਹੁੰਦੇ। ਅੱਛਾ ਵੀਰੇ, ਸਰਗੋਦੇ ਨਾ ਇੱਕ ਮੰਗਣ ਵਾਲੇ ਦੀ ਜੇਬ 'ਚੋਂ 5.5 ਲੱਖ ਰੁਪਈਆ ਨਿਕਲ ਆਇਆ। ਮੰਗਣ ਵਾਲੇ ਦੀ ਜੇਬ 'ਚੋਂ ਵਾਹ ਬੜੀ ਗੱਲ ਹੈ। ਕੀ ਕਹਿੰਦੇ ਹੋ? ਉਹ ਬੜੀ ਦਿਹਾੜੀ ਲਾਉਂਦੇ ਮੰਗਣ ਵਾਲੇ ਭਾਈ, ਮੰਗਣ ਵਾਲੇ ਬਹੁਤ ਦਿਹਾੜੀ ਲਾਉਂਦੇ। ਦਿਹਾੜੀ ਲਾਉਂਦੇ। 5.5 ਲੱਖ ਦੀ ਵੀ ਲਾ ਲੈਂਦੇ। ਇੰਨੀ ਨਹੀਂ ਲਾਉਂਦੇ, ਇਕੱਠੇ ਬੜੇ ਕਰਦੇ ਆ। ਕਰੰਸੀ ਬਦਲੋ, ਕਿੰਨਾ ਕਿੰਨਾ ਰੁਪਈਆ ਉਹਨਾਂ ਕੋਲ ਨਿਕਲਣਾ। ਅੱਛਾ, ਅਗਰ ਅੱਜ ਕਰੰਸੀ ਬਦਲੀ ਜਾਏ, ਜ਼ਰਾ ਮੂੰਹ ਉਧਰ ਕਹਿਣਾ ਗੱਲ ਅੱਛੀ, ਅਗਰ ਅੱਜ ਕਰੰਸੀ ਬਦਲੀ ਜਾਵੇ ਤੇ ਮੰਗਣ ਵਾਲਿਆਂ ਕੋਲ ਬੜਾ ਰੁਪਈਆ ਨਿਕਲ ਬੜਾ ਸਕਦਾ। ਰੁਪਈਆ ਨਿਕਲਣਾ। ਮੰਗਣ ਵਾਲਿਆਂ ਨੇ ਬੜਾ ਰੁਪਈਆ ਜੋੜਿਆ, ਹਾਂ ਬੜਾ। ਜਿਹੜਾ ਬੈਂਕਾਂ 'ਚ ਵੀ ਨਹੀਂ। ਹਾਂ, ਮਕਾਨ ਕਿਰਾਏ ਦੇ ਦਿੱਤੇ, ਝੁੱਗੀਆਂ ਦੇ ਨਾਲ ਨਾਂ ਨੂੰ ਝੁੱਗੀਆਂ ਹੀ ਰਹਿੰਦੇ ਆ, ਮਕਾਨ ਲੈ ਲੈ ਕੇ ਕਿਰਾਏ ਦੇ ਦਿੱਤੇ ਆ। ਹਾਂ। ਲੇਕਿਨ ਹੈ ਵੈਲ ਸੈਟਲਡ ਨੇ। ਭਾਈ ਇੱਕ ਮੰਗਣ ਵਾਲੇ ਦੀ ਜੇਬ 'ਚ ਨਾ 5.5 ਲੱਖ ਰੁਪਈਆ ਨਿਕਲ ਆਇਆ। ਕਿੱਦਾਂ? ਨਿਕਲ ਸਕਦਾ ਜ਼ਾਹਰ ਹੈ। ਨਹੀਂ, ਇੰਨੇ ਪੈਸੇ ਯਾਰ ਬੰਦਾ ਜੇਬ 'ਚ ਰੱਖਦਾ। ਪੈਸੇ ਰੱਖ ਸਕਦਾ ਕਿ ਇੰਨੇ ਪੈਸੇ ਕੀ ਆਂਦੇ ਆ? 5-5 ਹਜ਼ਾਰ ਵਾਲੇ ਲੋੜ ਚੱਲੇ, 5-5 ਹਜ਼ਾਰ ਵਾਲੇ ਹੁਣ ਭਾਵੇਂ ਤਾਂ 20 ਲੱਖ ਰੁਪਇਆ ਨੇਫੇ ਪਾਲਾ। ਨੇਫਿਆਂ 'ਚ ਕੋ ਪਾਵਾਂ, ਜੇਬਾਂ ਮੈਂ ਕਿਰਾਏ ਤੇ ਦੇਤੀਆਂ। ਕਿਰਾਏ ਤੇ ਦੇ ਦੇ, ਜੇਬਾਂ ਡਰ ਹੁੰਦਾ ਕਿ ਯਾਰ ਨਿਕਲ ਨਾ ਜਾਣ। ਤੇ ਨੇਫੇ ਕਿਸੇ ਨਾਲ ਕਿਉਂ ਕੱਢੇਗਾ? ਸਾਡਾ ਗਰੀਬਾਂ ਦਾ ਜਦੋਂ ਨਿਕਲਣਾ ਵੀਰੇ ਨਾਲਾ ਹੀ ਨਿਕਲਣਾ। ਸਾਡਾ ਉਹ ਆਪਣਾ ਤੇ ਨਾਲ ਪੈਸੇ ਸਾਡੇ ਕੋਲ ਕਿੱਥੋਂ ਨਿਕਲਣੇ? ਬਸ ਇਹ ਸਾਡੀ ਤੇ ਤਲਾਸ਼ੀ ਹੋਵੇ ਟਕਾ ਨਹੀਂ ਨਿਕਲਦਾ। ਇਹ ਲਾਹੌਰ ਹੈ, ਹਾਂ, ਲਾਹੌਰ ਲਿਆ ਹੋਰ। ਇਹ ਲਾਹੌਰ ਹੈ, ਲਾਹੌਰ ਹੈ। ਕੀ ਹਾਲ ਹੈ ਵੀਰੇ? ਸ਼ੁਕਰ ਹੈ ਅੱਲਾਹ ਪਾਕ ਦਾ। ਵੀਰੇ ਸਰਗੋਦੇ ਨਾਲ ਇੱਕ ਮੰਗਣ ਵਾਲੇ ਦੀ ਜੇਬ 'ਚੋਂ 5.5 ਲੱਖ ਰੁਪਈਆ ਨਿਕਲਿਆ। ਨਿਕਲ ਸਕਦਾ ਹੈ ਜੀ, ਕਿਉਂ ਨਹੀਂ? ਉਹ ਮੰਗਣ ਵਾਲੇ ਨੇ, ਉਹਨਾਂ ਦਾ ਪੇਸ਼ਾ ਮੰਗਣਾ, ਤਾਂ ਨਿਕਲ ਸਕਦਾ। ਨਾਲੇ ਤੇ ਇਨਵੈਸਟਮੈਂਟ ਵੀ ਕੋਈ ਨਹੀਂ। ਉਹ ਨਹੀਂ ਜੀ, ਉਹਨਾਂ ਦੀ ਇਨਵੈਸਟਮੈਂਟ ਦਾ ਕੀ ਕਰਨਾ? ਉਹ ਮੰਗ ਕੇ ਨਾ ਇੰਨਾ ਕੁ ਰੁਪਈਆ ਇਕੱਠਾ ਕੀਤਾ, ਸਾਡੀ ਸੋਚ ਤੋਂ ਬਾਹਰ ਹੈ। ਓਏ ਹੋਏ ਹੋਏ, ਆ ਵੇਖੋ ਨਾ, ਚਾਹ ਦਾ ਖੋਖਾ ਪਾਓ 1.5 ਲੱਖ ਲੱਗ ਜਾਂਦਾ। ਮੰਗਣ 'ਚ ਸਿਰਫ ਇੰਝ ਹੀ ਕਰਨਾ ਕੰਮ ਸ਼ੁਰੂ। ਹਾਂਜੀ 10 20 30 ਮਾਮੂਲੀ ਜੀ ਗੱਲ ਹੈ, ਮਿਲ ਜਾਂਦੇ ਨੇ। ਕੀ ਹਾਲ ਭਾਈ? ठीक ठाक। ਭਾਈ ਸਰਗੋਦੇ ਨਾਲ ਇੱਕ ਮੰਗਣ ਵਾਲੇ ਦੀ ਜੇਬ 'ਚੋਂ 5.5 ਲੱਖ ਰੁਪਈਆ ਨਿਕਲ ਆਇਆ। हाँ जी, ਕੀ ਕਹਿੰਦੇ ਉਹਦੇ ਬਾਰੇ? निकल सकते हैं, 10 लाख भी निकल सकता है, मंगन का काम ही बड़ा है। ਅੱਛਾ ਜੀ, ਮੰਗਣ ਵਾਲੇ ਦੇ ਜੇਬ 'ਚੋਂ 10 ਲੱਖ ਵੀ ਨਿਕਲ ਸਕਦਾ। ਮੰਗਣ ਦਾ ਇੰਨਾ ਕੰਮ? हाँ जी, ਇਹਦਾ ਮਕਸਦ ਫਿਰ ਸਾਨੂੰ ਸਾਰਿਆਂ ਨੂੰ ਰਲ ਕੇ ਮੰਗਣਾ ਚਾਹੀਦਾ, ਦੁਕਾਨਾਂ ਵੇਚ ਦਈਏ। जारी बात है, मंगना चाहिए। ਕੀ ਕਹਿੰਦੇ ਦੋਨੇ ਭਰਾ? ਗੱਲ ਤੋਂ ਮੰਗੀਏ, ਮੈਂ ਵੀ ਛੱਡ ਦਿਆਂ ਐਂਕਰੀ। नहीं ये साडा ते अल्लाह दा शुक्र है, काम करेगा। मैं ਕਾਹਦਾ ਕੰਮ ਕਰ ਰਹੇ ਹੋ ਭਾਜੀ? मेहनत मजदूरी करेगी पल्लेदारी। ਤੇ ਕਿੰਨੀ ਦਿਹਾੜੀ ਲਾਉਂਦੇ ਹੋ? 2000-2500 ही लग ਤੇ जाते। ਮੰਗਣ ਵਾਲੇ ਦੀ ਜੇਬ 'ਚ 5.5 ਲੱਖ ਨਿਕਲ ਆਇਆ।
ਉਹਨੇ ਦਿਨ ਰਾਤ ਬਸ ਹੱਥ ਹੀ ਕਰਨਾ ਤੇ ਪੈਸੇ ਆਈ ਜਾ ਰਹੇ ਬ੍ਰੇਕ ਨਹੀਂ ਲੱਗਦੀ। ਜੇ ਸਾਰੀ ਰਾਤ ਦੇ ਵਿੱਚ ਸਵੇਰੇ 6 ਵਜੇ ਤੱਕ 2500 ਮਿਲਣਾ। ਸਵੇਰ 6 ਵਜੇ ਤੱਕ। ਹਾਂ ਕੀ ਹਾਲ ਹੈ ਭਾਜੀ? ਅੱਲਾ ਦਾ ਕਰਮ ਭਾਜੀ ਸਰਗੋਦੇ ਨਾਲ ਇੱਕ ਮੰਗਣ ਵਾਲੇ ਦੀ ਜੇਬ ਚੋਂ 5.5 ਲੱਖ ਰੁਪਈਆ ਨਿਕਲ ਆਇਆ ਨਾਮੁਮਕਿਨ ਹੈ। ਨਾਮੁਮਕਿਨ ਇਹ ਤੇ ਗੱਲ ਆ ਕਿ ਨਾ ਮੁਮਕਿਨ ਗੱਲ ਆ ਕਿ ਮੰਗਣ ਵਾਲੇ ਦੀ ਜੇਬ ਚੋਂ 5.5 ਲੱਖ ਕਿੱਦਾਂ ਨਿਕਲ ਆਇਆ? ਉਹ ਤਾਂ ਪਾਸਪੋਰਟ ਵੀ ਨਿਕਲਿਆ ਜਿੰਨਾ ਸਊਦੀਆ ਗਿਆ ਵੀ ਹੈ ਤੇ ਆਇਆ ਵੀ ਆ। अल्लाह बेहतर ये तो वो भी बता सकता है ना जिसकी जेब में से निकला है यार, आप और मैं कैसे बताएंगे। ਨਹੀਂ 100-200 ਤੇ ਤੁਹਾਡੀ ਜੇਬ ਚੋਂ ਵੀ ਨਿਕਲਣਾ, ਤੁਸੀਂ ਵੀ ਕੁਝ ਦੱਸੋ। नहीं ये मजदूर आदमी ज़ाहिर सी बात है, ज़्यादा 100-200 ज़्यादा भी निकल सकता है, 1000-2000 भी निकल सकता है। 1000-2000 ਵੀ ਨਿਕਲ ਸਕਦਾ। ਕਿਉਂਕਿ ਕਈ ਬੰਦੇ ਤੇ ਰੋ ਰਹੇ ਹੁੰਦੇ ਨੇ ਯਾਰ ਪਤਾ ਨਹੀਂ ਕਿਹੜਾ 2000 ਕੱਢ ਕੇ ਲੈ ਗਈ। वो हो सकता है। ਕਈ ਬੰਦੇ ਕਹਿੰਦੇ 2000 ਦੀ ਖੈਰ ਹੈ ਨਾਲ ਮੋਬਾਈਲ ਵੀ ਲੈ ਗਏ। ऐसे लोग हैं, किसी का ले भी जाते हैं, किसी का नहीं भी ले, कोई झूठ भी बोलता है, कोई सच भी बोलता है। ਹਾਂਜੀ ਮੰਗਣ ਵਾਲੇ ਦੀ ਜੇਬ ਚੋਂ 5.5 ਲੱਖ ਨਿਕਲ ਆਇਆ। ਗੱਲ ਕਰੇ ਕੀ ਕਹਿ ਸਕਦੇ ਤਾਂ ਹਾਂਜੀ ਕੀ ਕਹਿ ਸਕਦੇ ਭਰਾਵਾ, ਜਿਹੜਾ ਮੰਗਦਾ ਭਾਵੇਂ 20 ਲੱਖ ਵੀ ਨਿਕਲ ਸਕਦਾ, ਕੋਲੇ ਰੱਖੀ ਰੱਖੇ ਤੇ ਕੀ ਆਖਾ ਨਹੀਂ ਜਾਵੇ। ਭਾਈ ਆ ਗੱਲ ਤੇ ਇਹ ਕਿ ਮੁੜ 20 ਲੱਖ ਤਾਂ ਨਿਕਲ ਸਕਦਾ, ਮੁੜ ਨਿਕਲ ਕਿਵੇਂ ਸਕਦਾ ਕਿ ਜਿਹੜਾ ਬੰਦਾ ਮੰਗ ਜੂ ਰਿਹਾ। ਜੇ ਇੱਕ ਬੰਦਾ ਮੰਗਦਾ ਹੈ ਉਹ 12 ਮਹੀਨੇ ਮੰਗਦਾ ਫਿਰਦਾ, ਕੋਲੇ ਜੋੜੀ ਰੱਖੇ ਭਾਵੇਂ ਜਿੰਨੇ ਜੋੜ ਲਵੇ। ਜਿਹੜਾ 12 ਮਹੀਨੇ ਮੰਗਦਾ ਉਹਨੂੰ ਸੱਤੇ ਹੀ ਕਹਿ ਰਹੇ ਨੇ। ਵੀ ਆ ਤੇ ਉਹ ਸਿਆਣਿਆਂ ਦੇ ਮੰਗ ਤੇ ਖਾਣਾ ਤੇ ਔੜ ਗਈ ਤੇ ਬੁੰਨੇ ਸੋਣਾ ਸੌੜ ਗਈ। ਤੇ ਇੱਕ ਮੰਗਣ ਵਾਲੇ ਦੀ ਜੇਬ ਚੋਂ 5.5 ਲੱਖ ਨਿਕਲਿਆ। ਠੀਕ ਹੈ ਸਰ। ਅਸਲ ਦੀ ਗੱਲ ਹੈ ਸਾਡੇ ਜਿਹੜੇ ਲੋਕ ਨੇ ਜਿਹੜੇ ਤੇ ਦਾਤਾ ਸਾਹਿਬ ਵੀ ਆਏ ਨੇ ਨਾ ਤੇ ਇਹ ਵੀ ਚੋਰੀਆਂ ਕਰਦੇ ਪਏ ਨੇ, ਜੇਬਾਂ ਕੱਢਦੇ ਪਏ ਨੇ। ਇੱਥੇ ਲੋਕ ਸਰਕਾਰ ਦੇ ਦਰਬਾਰ ਦੇ ਬਾਹਰ ਜੇਬਾਂ ਕੱਟ ਰਹੇ, ਚੋਰੀਆਂ ਕਰ ਰਹੇ। ਚੋਰੀਆਂ ਕਰ ਰਹੇ, ਜੇਬਾਂ ਵੀ ਕੱਟੀਆਂ ਨੇ। ਜਿੱਥੇ ਰਸ਼ ਬੰਦਾ ਉੱਥੇ ਚੋਰੀਆਂ ਕਰਦੇ, ਕਿਸੇ ਮੋਬਾਈਲ ਚੋਰੀ ਹੋਈ ਹੋਵੇ, ਕਿਸੇ ਦੇ ਪੈਸੇ ਚੋਰੀ ਹੋ ਗਏ ਨੇ। ਗੁਰਬਤ ਹੋ ਗਈ ਹੈ, ਕੀ ਕਰਨ? ਇਹ ਜਿੰਨੇ ਲੋਕ ਸਾਰਾ ਪਿੰਡਾਂ ਤੇ ਇੱਥੇ ਇਕੱਠਾ ਹੋਇਆ ਲੋੜ ਦੇ ਵਿੱਚ, ਉਹ ਵਿਚਾਰੇ ਕੀ ਕਰਨ? ਇਹ ਹੈ ਕਿ ਹੁਣ ਮਜਬੂਰੀ ਹੈਗੀ ਹੈ ਤੇ ਸਾਨੂੰ ਮੰਗਣਾ ਪਏਗਾ। ਬਿੱਲ ਆ ਰਹੇ ਨੇ 40-40 50-50 ਕਿੱਥੋਂ ਭਰੇ ਗਰੀਬ? ਤੁਹਾਡੀ ਸਰਕਾਰ ਦੀ ਗੱਲ ਹੈ ਕਿ ਬੰਦਾ ਦਿਹਾੜੀ 500-600 ਰੁਪਏ ਦਿਹਾੜੀ ਮਿਸਤਰੀ ਦੀ ਜਾਂ ਮਜ਼ਦੂਰ ਦੀ, ਉਹ ਕਿੱਥੇ ਜਾਏਗਾ? ਤੁਹਾਡੀ ਸਲਾਹ ਜਿੰਨੇ ਬਿੱਲ ਆ ਰਹੇ ਆ, ਜਿੰਨੀ ਗੁਰਬਤ ਆ, ਸਾਨੂੰ ਸਾਰਿਆਂ ਨੂੰ ਹੁਣ ਮੰਗਣਾ ਹੀ ਪਏਗਾ। ਮੰਗਣਾ ਪਏਗਾ ਸਾਰਾ। ਹੁਣ ਦੇਖੋ ਨਾ ਕਿੰਨੀ ਆਵਾਮ ਹੈ ਸਾਡੇ 'ਚ, ਉਹ ਵਿਚਾਰੇ ਮਜਬੂਰ ਹੈ, ਮੰਗਣੇ ਪੈ ਰਹੇ, ਹੋਰ ਕੀ ਕਰ ਰਹੇ? ਤੇ ਨਾਜ਼ਰੀਨ ਕਿੱਦਾਂ ਦਾ ਲੱਗਾ ਤੁਹਾਨੂੰ ਸਾਡਾ ਅੱਜ ਦਾ ਫਨਕਾਰੀਆਂ? ਜੇ ਤੁਹਾਨੂੰ ਸਾਡਾ ਫਨਕਾਰੀਆਂ ਚੰਗਾ ਲੱਗਦਾ ਤੇ ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ 'ਚ ਸਾਨੂੰ ਲਿਖ ਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਸ਼ੋਅ ਕਿੱਦਾਂ ਦਾ ਲੱਗਦਾ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤੇ ਵੇਖਦੇ ਰਹੋ ਫਨਕਾਰੀਆਂ।